ਬਾਪ ਰਾਜਗੀਰੀ ਦਾ ਕੰਮ ਕਰਦਾ ਸੀ, ਪਰਿਵਾਰ ਵੱਡਾ ਸੀ, ਘਰ 'ਚ ਤੰਗੀ ਤੁਰਸ਼ੀ ਸੀ। ਜਿਸ ਤੰਗੀ ਤੁਰਸ਼ੀ ਕਰਕੇ ਮੈਂ ਬਹੁਤਾ ਪੜ੍ਹ ਲਿਖ ਨਹੀਂ ਸਕਿਆ। ਸਵੇਰੇ ਸੋਫੇ ਅੰਦਰ ਬਣੀ ਅੰਗੀਠੀ ਦੇ ਉੱਤੇ ਉਹ ਕਿਤਾਬਾਂ ਨੂੰ ਮੈਂ ਸਜਾਉਂਦਾ, ਉਹਦੀ ਤਹਿ 'ਤੇ ਹੱਥ ਫੇਰ ਕੇ ਵੇਖਦਾ। ਮੈਨੂੰ ਐਂ ਲੱਗਦਾ ਕਿ ਇਹਦੇ ਅੰਦਰ ਦੀ ਜਿਹੜੀ ਇਬਾਰਤ ਹੈ ਕਿਸੇ ਉੱਚੇ ਲੋਕਾਂ ਦੀ ਲਿਖੀ ਬਹੁਤ ਉੱਚੀ ਸੁੱਚੀ ਕਿਰਤ ਹੈ, ਕਿ ਉਹਦੀਆਂ ਖਿੰਡਰੀਆਂ ਪੁੰਡਰੀਆਂ ਕਈ ਗੱਲਾਂ ਹੁੰਦੀਆਂ, ਉਹ ਮੈਨੂੰ ਹਰਫ ਕਰਕੇ ਦੱਸਦੀ। ਮੈਂ ਉਹਨਾਂ ਨੂੰ ਵਾਕ ਬਣਾਉਣ ਦੀ ਕੋਸ਼ਿਸ਼ ਕਰਦਾ। ਚਿੱਠੀ ਦਾ ਵਰਕਾ ਮੁੱਕ ਜਾਂਦਾ, ਪਰ ਮਾਂ ਦੀਆਂ ਕਦੀ ਵੀ ਗੱਲਾਂ ਨਾ ਖਤਮ ਹੁੰਦੀਆਂ। ਦੋਸਤੋ, ਮੈਂ ਨਿਸੰਗ ਹੋ ਕੇ ਇੱਕ ਗੱਲ ਕਹਿਣਾ ਹੁੰਦਾ ਕਿ ਮੈਂ ਹੋਰਨਾਂ ਵਾਂਗ ਕਾਲਜ ਯੂਨੀਵਰਸਿਟੀਆਂ ਦੀ ਉਪਜ ਨਹੀਂ ਹੈ। ਜਿਨ੍ਹਾਂ ਵੇਲਿਆਂ 'ਚ ਬੱਚੇ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪੜ੍ਹਨ ਜਾਂਦੇ ਆ, ਮੈਂ ਆਪਣੇ ਬਾਪ ਨਾਲ ਕੰਮ ਸਿੱਖਣ ਲੱਗ ਗਿਆ ਸੀ। ਜੂਨ ਦਾ ਮਹੀਨਾ ਸੀ, ਉਹ ਤਿੱਖੜ ਦੁਪਹਿਰ, ਤੇ ਬਾਪ ਨਾਲ ਕੰਮ ਕਰਦਿਆਂ ਗਰਮੀ ਹੱਥੋਂ ਮੇਰੀ ਹਾਰ ਹੋ ਜਾਂਦੀ। ਮੇਰੇ ਕਿਸੇ ਆਪਣੇ ਦਾ ਵਿਆਹ ਨਹੀਂ ਸੀ ਹੁੰਦਾ, ਮੈਂ ਤਾਂ ਵੀ 2-2 ਕਿਲੋਮੀਟਰ ਉਸ ਬਰਾਤ ਦੇ ਨਾਲ ਤੁਰ ਕੇ ਉਹਨਾਂ ਬੈਂਡ ਬਾਜੇ ਵਾਲਿਆਂ ਦੀ ਜਿਹੜੀ ਬੋਡੀ ਲੈਂਗੁਏਜ ਹੈ, ਉਹਨਾਂ ਦੀ ਸਰੀਰਕ ਭਾਸ਼ਾ ਜਿਹੜੀ ਹੈ, ਕਿ ਉਹ ਜਦੋਂ ਆਪਣਾ ਘਰੋਂ ਤੁਰੇ ਸੀ, ਉਹਨਾਂ ਦੇ ਘਰਾਂ 'ਚ ਬੇਸ਼ੁਮਾਰ ਜਿਹੜੀਆਂ ਆਮ ਘਰਾਂ ਵਾਂਗ ਸਮੱਸਿਆਵਾਂ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪ ਦਵਿੰਦਰ ਸਿੰਘ ਅੰਮ੍ਰਿਤਸਰ ਤੋਂ। ਵਿਰਾਸਤ ਮੀਡੀਆ ਕੈਨੇਡਾ ਦੇ ਨਾਲ ਜੁੜੇ ਜਿੰਨੇ ਵੀ ਦੇਸ਼ ਵਿਦੇਸ਼ ਦੇ ਸਾਡੇ ਦਰਸ਼ਕ ਹੈ, ਸਾਰਿਆਂ ਨੂੰ ਜਿਉਂ ਆਇਆ ਕਹਿੰਦਾ ਹੋਇਆ ਮੈਂ ਤੇ ਮੇਰੀ ਸਿਰਜਣਾ 'ਚ ਤੁਹਾਡਾ ਸਵਾਗਤ ਹੈ। ਇਹਦੇ ਤੋਂ ਪਹਿਲਾਂ ਕਿ ਮੈਂ ਆਪਣੀ ਕਹਾਣੀ ਨਾਲ ਕਿਵੇਂ ਜੁੜਿਆ, ਕਥਾ ਕਹਾਣੀਆਂ ਦਾ ਪਾਠਕ ਕਿਵੇਂ ਬਣਿਆ, ਕੋਈ ਉਹ ਨਿੱਕੀਆਂ ਗੱਲਾਂ ਕਰੀਏ। ਮੈਂ ਬਹੁਤ ਧੰਨਵਾਦੀਆਂ ਵਿਰਾਸਤ ਮੀਡੀਆ ਦਾ, ਕਿਉਂਕਿ ਅੱਜ ਦੇ ਇਸ ਤੇਜ਼ ਤਰਾਰ ਯੁੱਗ ਦੇ ਵਿੱਚ ਹਰ ਕੋਈ ਆਪਣੀ TRP ਲੈਣ ਲਈ, ਆਪਣੀ ਸ਼ੋਹਰਤ ਲੈਣ ਲਈ ਕਈ ਕਿਸਮ ਦੇ ਜਿਹੜੇ ਆ ਉਹ ਹੱਥ ਕੰਡੇ ਜਿਹੜੇ ਆ ਉਹ ਵਰਤ ਰਹੇ ਆ। ਜਦੋਂ ਕਿ ਵਿਰਾਸਤ ਮੀਡੀਆ ਜਿਹੜਾ ਹੈ ਉਹ ਜਦੋਂ ਤੋਂ ਵੀ ਆਪਾਂ ਦੇਖਦੇ ਹਾਂ ਪੰਜਾਬੀ ਦੀ ਗੱਲ ਕਰਦਾ ਹੈ, ਪੰਜਾਬੀ ਸਾਹਿਤ ਦੀ ਗੱਲ ਕਰਦਾ ਹੈ, ਕਥਾ ਕਹਾਣੀਆਂ ਦੀ ਗੱਲ ਕਰਦਾ ਹੈ, ਲੋਕਾਂ ਦੀ ਗੱਲ ਕਰਦਾ ਹੈ। ਮੈਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਦੁਬਾਰਾ ਤੋਂ ਕਿ ਅੱਜ ਆਪਾਂ ਕਥਾ ਕਹਾਣੀਆਂ ਦੀ ਗੱਲ ਕਰਨ ਲੱਗੇ ਹਾਂ। ਦੋਸਤੋ, ਕਹਾਣੀ ਮਨੁੱਖ ਦੇ ਅੰਗ ਸੰਗ ਰਹੀ ਹੈ। ਜੰਮਣ ਤੋਂ ਲੈ ਕੇ ਮਰਨ ਤੀਕਰ ਬੰਦਾ ਕਹਾਣੀ ਨਾਲ ਜਿਉਂਦਾ ਹੈ, ਕਹਾਣੀ 'ਚ ਵਿਗਸਦਾ ਹੈ, ਕਹਾਣੀ ਦੇ ਅੰਦਰ ਹੀ ਪਲਦਾ ਹੈ। ਕਹਾਣੀ ਜਿਹਦੀ ਲਿਖਣ ਦੀ ਪ੍ਰਕਿਰਿਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮੁੱਢਲੇ ਸਰੋਤ ਮੇਰੇ ਸਾਹਮਣੇ ਆਉਂਦੇ ਆ। ਬਾਬੇ ਨਜ਼ਮੀ ਹੋਰਾਂ ਦੀ ਗਜ਼ਲ ਦੇ ਉਸ ਸ਼ੇਰ ਦੇ ਹਵਾਲੇ ਦੇ ਨਾਲ ਕਿ ਮੰਜ਼ਲ ਦੇ ਮੱਥੇ ਦੇ ਉੱਤੇ ਹੈ ਤਖਤੀ ਲੱਗਦੀ ਉਹਨਾਂ ਦੀ, ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ। ਘਰ 'ਚ ਗੁਰਬਤ ਸੀ, ਉਹਨਾਂ ਨਿਆਣਿਆਂ ਵਾਂਗ ਹੀ ਜਿਹੜੇ ਪਿੰਡ ਦੀਆਂ ਉਹਨਾਂ ਭੀੜੀਆਂ ਗਲੀਆਂ 'ਚ, ਨੀਵੇਂ ਮਕਾਨਾਂ 'ਚ, ਉੱਚੇ ਨੀਵੇਂ ਉੱਬੜ ਖਾਬੜ ਵਿਹੜਿਆਂ 'ਚ ਪਲਣ ਵਾਲਿਆਂ ਵਾਂਗ। ਬਾਪ ਰਾਜਗੀਰੀ ਦਾ ਕੰਮ ਕਰਦਾ ਸੀ, ਪਰਿਵਾਰ ਵੱਡਾ ਸੀ, ਘਰ 'ਚ ਤੰਗੀ ਤੁਰਸ਼ੀ ਸੀ। ਜਿਸ ਤੰਗੀ ਤੁਰਸ਼ੀ ਕਰਕੇ ਮੈਂ ਬਹੁਤਾ ਪੜ੍ਹ ਲਿਖ ਨਹੀਂ ਸਕਿਆ, ਲੇਕਿਨ ਇਹਦੇ ਬਾਵਜੂਦ ਵੀ ਮੈਂ ਆਪਣੇ ਬਾਪ ਦਾ ਬੜਾ ਰਿਣੀ ਰਹਿਣਾ। ਉਹਨੇ ਸ਼ੁਰੂਆਤ 'ਚ ਮੈਨੂੰ ਕਿਤਾਬਾਂ ਨਾਲ ਜੋੜਿਆ। ਜਦੋਂ ਕਦੀ ਉਹ ਮੱਸਿਆ ਦੀ ਛੁੱਟੀ ਕਰਕੇ ਅੰਮ੍ਰਿਤਸਰ ਸਾਹਿਬ ਮੱਸਿਆ ਨਹਾਉਣ ਆਉਂਦਾ ਜਾਂ ਕਦੀ ਤਰਨਤਾਰਨ ਸਾਹਿਬ ਜਾਂਦਾ, ਉਹ ਕਦੀ ਵੀ ਜਦੋਂ ਵਾਪਸ ਆਉਂਦਾ ਉਹ ਖਾਲੀ ਹੱਥ ਨਹੀਂ ਸੀ ਆਉਂਦਾ। ਉਹਦੇ ਝੋਲੇ 'ਚ ਕੋਈ ਨਾ ਕੋਈ ਕਿਤਾਬ ਹੁੰਦੀ ਸੀ। ਕਦੀ ਉਹ ਕਰਤਾਰ ਸਿੰਘ ਕਲਾਸ ਵਾਲੀਏ ਦਾ ਬਹੁਤ ਉੱਚ ਪਾਏ ਦਾ ਜਿਹੜਾ ਸਿੱਖ ਸੰਘਰਸ਼ ਦਾ ਸਾਹਿਤ ਹੈ, ਕਦੀ ਉਹ ਖਰੀਦ ਕੇ ਲਿਆਉਂਦਾ। ਕਦੀ ਸੋਹਣ ਸਿੰਘ ਸੀਤਲ ਹੋਰਾਂ ਦੇ ਪ੍ਰਸੰਗਾਂ ਦੀਆਂ ਕਿਤਾਬਾਂ, ਉਹਨਾਂ ਦੇ ਨਾਵਲ, ਉਹਦੇ ਝੋਲੇ 'ਚ ਕੋਈ ਨਾ ਕੋਈ ਕਿਤਾਬ ਹੁੰਦੀ। ਉਹ ਗਈ ਰਾਤ ਤੀਕਰ ਸਾਡੇ ਟੱਬਰ ਦੇ ਜੀਆਂ 'ਚ ਬੈਠ ਕੇ ਕਿਸੇ ਜਨਮ ਸਾਖੀ ਵਾਂਗ ਉਹਦਾ ਪਾਠ ਕਰਦਾ। ਸਵੇਰੇ ਸੋਫੇ ਅੰਦਰ ਬਣੀ ਅੰਗੀਠੀ ਦੇ ਉੱਤੇ ਉਹ ਕਿਤਾਬਾਂ ਨੂੰ ਮੈਂ ਸਜਾਉਂਦਾ, ਉਹਦੀ ਤਹਿ 'ਤੇ ਹੱਥ ਫੇਰ ਕੇ ਵੇਖਦਾ। ਮੈਨੂੰ ਐਂ ਲੱਗਦਾ ਕਿ ਇਹਦੇ ਅੰਦਰ ਦੀ ਜਿਹੜੀ ਇਬਾਰਤ ਹੈ ਕਿਸੇ ਉੱਚੇ ਲੋਕਾਂ ਦੀ ਲਿਖੀ ਬਹੁਤ ਉੱਚੀ ਸੁੱਚੀ ਕਿਰਤ ਹੈ। ਜਿਨ੍ਹਾਂ ਦਿਨਾਂ ਦੀ ਮੈਂ ਗੱਲ ਕਰ ਰਿਹਾ, ਉਹਨਾਂ ਦਿਨਾਂ 'ਚ ਹੀ ਕਿਤੇ ਸਾਡਾ ਮਾਮਾ ਵਿਦੇਸ਼ ਚਲਾ ਗਿਆ। ਕਈ ਸਾਲ ਉਹਦੀ ਉਗ ਸੁੱਗ ਨਾ ਮਿਲੀ। ਕਈ ਸਾਲਾਂ ਬਾਅਦ, ਵਰ੍ਹਿਆਂ ਬਾਅਦ ਉਹਦੀ ਚਿੱਠੀ ਆਈ। ਮਾਂ ਨੇ ਹੁੱਬ ਕੇ ਆਂਢਣਾ ਗੁਆਂਢਣਾਂ ਨੂੰ ਉਸ ਚਿੱਠੀ ਬਾਰੇ ਦੱਸਿਆ। ਫਿਰ ਉਹਨੇ ਮੇਰੇ ਕੋਲ ਚਿੱਠੀ ਲਿਖਵਾਉਣੀ ਸ਼ੁਰੂ ਕੀਤੀ। ਮੈਨੂੰ ਅੱਜ ਵੀ ਯਾਦ ਹੈ ਕਿ ਉਹਦੀਆਂ ਖਿੰਡਰੀਆਂ ਪੁੰਡਰੀਆਂ ਕਈ ਗੱਲਾਂ ਹੁੰਦੀਆਂ, ਉਹ ਮੈਨੂੰ ਹਰਫ ਕਰਕੇ ਦੱਸਦੀ। ਮੈਂ ਉਹਨਾਂ ਨੂੰ ਵਾਕ ਬਣਾਉਣ ਦੀ ਕੋਸ਼ਿਸ਼ ਕਰਦਾ। ਚਿੱਠੀ ਦਾ ਵਰਕਾ ਮੁੱਕ ਜਾਂਦਾ, ਪਰ ਮਾਂ ਦੀਆਂ ਕਦੀ ਵੀ ਗੱਲਾਂ ਨਾ ਖਤਮ ਹੁੰਦੀਆਂ।
ਪਤਾ ਨਹੀਂ ਕਿੰਜ ਸੁੱਤੇ ਸਿੱਧ ਉਹ ਸਾਰੀਆਂ ਗੱਲਾਂ ਮੇਰੇ ਜ਼ਿਹਨ 'ਚ ਵੱਸਦੀਆਂ ਗਈਆਂ, ਦਿਮਾਗ ਦੇ ਕਿਸੇ ਖੂੰਜੇ 'ਚ ਇਕੱਠੀਆਂ ਹੁੰਦੀਆਂ ਗਈਆਂ। ਤੇ ਅੱਜ ਵੀ ਜਦੋਂ ਮੈਂ ਕਦੀ ਲਿਖਣ ਬੈਠਦਾ ਤੇ ਮੈਨੂੰ ਲੱਗਦਾ ਹੈ ਕਿ ਉਹ ਮਾਂ ਦੀਆਂ ਗੱਲਾਂ ਜਿਹੜੀਆਂ ਉਸ ਵੇਲੇ ਦੀਆਂ ਸੀਗੀਆਂ, ਉਹ ਕਿਸੇ ਨਾ ਕਿਸੇ ਨੁੱਕਰੋਂ ਆਣ ਖਲੋਂਦੀਆਂ ਨੇ ਤੇ ਪੈਨ ਦੇ ਨਾਲ ਕਾਗਜ਼ ਦੀ ਹਿੱਕ ਦੇ ਉੱਤੇ ਆਪਣਾ ਉਤਾਰਾ ਕਰਦੀਆਂ ਨੇ। ਦੋਸਤੋ, ਮੈਂ ਨਿਸੰਗ ਹੋ ਕੇ ਇੱਕ ਗੱਲ ਕਹਿਣਾ ਹੁੰਦਾ ਕਿ ਮੈਂ ਹੋਰਨਾਂ ਵਾਂਗ ਕਾਲਜ ਯੂਨੀਵਰਸਿਟੀਆਂ ਦੀ ਉਪਜ ਨਹੀਂ ਹੈ। ਜਿਨ੍ਹਾਂ ਵੇਲਿਆਂ 'ਚ ਬੱਚੇ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਪੜ੍ਹਨ ਜਾਂਦੇ ਆ, ਮੈਂ ਆਪਣੇ ਬਾਪ ਨਾਲ ਕੰਮ ਸਿੱਖਣ ਲੱਗ ਗਿਆ ਸਾਂ। ਮੈਨੂੰ ਅੱਜ ਵੀ ਯਾਦ ਹੈ, ਜੂਨ ਦਾ ਮਹੀਨਾ ਸੀ, ਉਹ ਤਿੱਖੜ ਦੁਪਹਿਰ, ਤੇ ਬਾਪ ਨਾਲ ਕੰਮ ਕਰਦਿਆਂ ਗਰਮੀ ਹੱਥੋਂ ਮੇਰੀ ਹਾਰ ਹੋ ਜਾਂਦੀ। ਉਸ ਵੇਲੇ ਗਰਮੀ ਵੀ ਅੱਤ ਦੀ ਪਈ ਸੀ। ਬਾਪ ਇੱਕ ਨੁੱਕਰੇ ਖਲੋ ਕੇ ਮੇਰੇ ਵੱਲ ਵੇਖਦਾ, ਉਹ ਮੈਨੂੰ ਸ਼ਾਮ ਵਾਲੇ ਪਾਸੇ ਕਰਦਾ ਤੇ ਆਪ ਧੁੱਪ ਵੱਲ ਹੁੰਦਾ। ਉਹ ਮੇਰੇ ਹਿੱਸੇ ਦੀਆਂ ਇੱਟਾਂ ਵੀ ਲਾਉਂਦਾ ਤੇ ਮੁੜ ਮੁੜ ਮੈਨੂੰ ਸਹਿਜ ਰਹਿਣ ਲਈ ਤੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਨ ਲਈ ਕਹਿੰਦਾ। ਮੈਂ ਅੱਜ ਸਮਝਦਾ ਕਿ ਉਹ ਬਾਪ ਇਕੱਲੀ ਬਿਲਡਿੰਗ ਨਹੀਂ ਸੀ ਉਸਾਰਦਾ, ਉਹ ਮੇਰੇ ਅੰਦਰ ਕਹਾਣੀਆਂ ਵੀ ਉਸਾਰ ਰਿਹਾ ਸੀ। ਬਹੁਤ ਵਾਰੀ ਮੈਂ ਵੇਖਣਾ ਜਦੋਂ ਨੇ ਇਹ ਕਹਿਣਾ ਕਿ ਮੈਨੂੰ ਨਹੀਂ ਪਤਾ ਕਿੰਨੇ ਕਹੀ ਇਹ ਗੱਲ ਕਿ ਮੋਰੀ ਦੀ ਇੱਟ ਚੁਬਾਰੇ ਨੂੰ ਨਹੀਂ ਲਾਈਦੀ ਜਾਂ ਚੁਬਾਰੇ ਵਾਲੀ ਇੱਟ ਮੋਰੀ ਨੂੰ ਨਹੀਂ ਲਾਈਦੀ। ਕਹਿਣਾ ਬੱਲਿਆ, ਜਿਹੜੀਆਂ ਇੱਟਾਂ ਚੁਬਾਰੇ ਵਾਲੀਆਂ ਹੁੰਦੀਆਂ ਨਾ, ਉਹ ਤਾਂ ਦਰਸ਼ਨੀ ਇੱਟਾਂ ਹੁੰਦੀਆਂ ਨੇ। ਸਾਨੂੰ ਸਭ ਤੋਂ ਪਹਿਲਾਂ ਭਾਵੇਂ ਸਾਡੇ ਪਰਿਵਾਰ 'ਚ ਤੇ ਭਾਵੇਂ ਸਾਡੇ ਵਿਹਾਰ 'ਚ ਜਿਹੜੀਆਂ ਮੋਰੀਆਂ ਨੇ ਨਾ, ਉਹ ਬੰਦ ਕਰਨ ਲਈ ਬੜੀਆਂ ਮਜ਼ਬੂਤ ਇੱਟਾਂ ਦੀ ਲੋੜ ਹੁੰਦੀ। ਉਹਨੇ ਬੜੀ ਮਜ਼ਬੂਤ ਨਹੀਂ ਰੱਖੀ। ਕੁਲਵੰਤ ਸਿੰਘ ਔਜਲਾ ਦੀ ਉਸ ਲਾਈਨਾਂ ਵਾਂਗ ਕਿ ਅਨਭਵਸ਼ੀਲ ਗ੍ਰੰਥਾਂ ਵਰਗੇ ਅਤੇ ਅੰਗੂਠਾ ਛਾਪ ਜਿਹੇ ਅੱਜ ਕੱਲ੍ਹ ਜੰਮਣੋਂ ਹਟ ਗਏ ਬੰਦੇ ਮੇਰੇ ਕਿਰਤੀ ਬਾਪ ਜਿਹੇ। ਉਹਨੇ ਕਿਰਤ ਬਖਸ਼ੀ, ਉਹਨੇ ਵੇਲੇ ਨਾਲ ਰੋਜੀ ਰੋਟੀ ਕਮਾਉਣ ਦਾ ਵੱਲ ਬਖਸ਼ਿਆ, ਉਹਨੇ ਸਹਿਜ ਰਹਿਣ ਦਾ ਵੱਲ ਬਖਸ਼ਿਆ। ਤੇ ਅੱਜ ਵੀ ਜਦੋਂ ਮੈਂ ਕੁਝ ਲਿਖਦਾ ਮੈਨੂੰ ਕੋਈ ਕਾਹਲ ਨਹੀਂ ਹੁੰਦੀ। ਮੇਰੀ ਕਹਾਣੀ ਨੂੰ 2 ਸਾਲ ਲੱਗਣ, ਮੈਨੂੰ ਕੋਈ ਚਿੰਤਾ ਨਹੀਂ ਹੁੰਦੀ। ਮੇਰੀ ਕਿਤਾਬ ਨੂੰ 10 ਵਰ੍ਹੇ ਲੱਗ ਗਏ, ਮੈਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ, ਨਾ ਲਿਖਣ ਦੀ, ਨਾ ਛਪਣ ਦੀ, ਨਾ ਬੋਲਣ ਲੱਗਿਆਂ। ਸਹਿਜ ਰਹਿਣ ਦੀ ਕੋਸ਼ਿਸ਼ ਕਰਨਾ। ਜਦੋਂ ਕਹਾਣੀ ਲਿਖਣ ਦਾ ਮੈਂ ਆਹਰ ਸ਼ੁਰੂ ਕੀਤਾ ਸੀ, ਜਿਹੜੀ ਗੱਲ ਇਹ ਮੇਰੇ ਲਈ ਬਹੁਤ ਖੁਸ਼ਨਸੀਬੀ ਮੇਰੇ ਲਈ ਬਣਦੀ ਹੈ ਕਿ ਸਾਡੀ ਭੂਆ ਦਾ ਪੁੱਤਰ ਭਾ ਤਲਵਿੰਦਰ, ਪੰਜਾਬੀ ਕਥਾ ਜਗਤ ਜਿਹਦਾ ਵੱਡਾ ਨਾਮ ਹੈ, ਜਦੋਂ ਮੈਂ ਉਹਨੂੰ ਕਿਹਾ ਕਿ ਮੈਂ ਕੋਈ ਛੋਟੀ ਮੋਟੀ ਕਹਾਣੀ ਲਿਖ ਰਿਹਾ, ਉਹਨੇ ਮੈਨੂੰ ਕਿਹਾ ਕਿ ਤੂੰ ਪੜ੍ਹਦਾ ਕਿਹਨੂੰ ਹੈ। ਫਿਰ ਉਹਨੇ ਮੈਨੂੰ ਸਮਕਾਲ 'ਚ ਜਿਹੜੇ ਕਹਾਣੀਕਾਰ ਸੀਗੇ ਉਹਨਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ। ਉਹਦੇ 'ਚ ਜਤਿੰਦਰ ਹਾਂਸ ਹੋਰਾਂ ਦੀ ਪਾਵੇ ਨਾਲ ਬੰਨਿਆ ਹੋਇਆ ਕਾਲ ਕਹਾਣੀ ਸੰਗ੍ਰਹਿ ਸੀ। ਉਹਦੇ 'ਚ ਜਸਵੀਰ ਰਾਣਾ ਹੋਰਾਂ ਦੀ ਸਿਖਰ ਦੁਪਹਿਰਾ ਕਹਾਣੀ ਸੰਗ੍ਰਹਿ ਸੀਗਾ। ਉਹਦੇ 'ਚ ਨੇਮਨ ਹੋਰਾਂ ਦੀ ਗਲੀ ਨੰਬਰ ਕੋਈ ਨਹੀਂ ਵਰਗਾ ਕਹਾਣੀ ਸੰਗ੍ਰਹਿ ਸੀਗਾ। ਉਹ 'ਚ ਭਾਜੀ ਸੁਖਜੀਤ ਜੀ ਦੀਆਂ ਕਿਤਾਬਾਂ ਸੀ। ਉਹਦੇ 'ਚ ਜਿੰਦਰ ਹੋਰਾਂ ਦੀਆਂ ਕਿਤਾਬਾਂ ਸੀ। ਉਹਦੇ 'ਚ ਭਗਵੰਤ ਰਸੂਲਪੁਰੀ ਹੋਰਾਂ ਦੀਆਂ ਕਿਤਾਬਾਂ ਸੀਗੀਆਂ। ਉਹਦੇ ਵਿੱਚ ਕੁਲਵੰਤ ਗਿੱਲ ਹੋਰਾਂ ਦੇ ਕਥਾ ਸੰਗ੍ਰਹਿ ਸੀਗੇ। ਉਹਨਾਂ ਕਹਾਣੀਆਂ 'ਚ ਜਿਵੇਂ ਬੱਚਾ ਪਹਿਲੀ ਜਮਾਤ 'ਚ ਬਾਲ ਬੋਧ ਸ਼ੁਰੂ ਕਰਦਾ, ਮੈਨੂੰ ਲੱਗਦਾ ਕਿ ਮੇਰੇ ਲਈ ਉਹ ਬਾਲ ਬੋਧ ਵਰਗੀਆਂ ਗੱਲਾਂ ਸੀ। ਤਲਵਿੰਦਰ ਭਾ ਦਾ ਮੈਂ ਬਹੁਤ ਰਿਣੀ ਰਹਿੰਦਾ। ਉਹਨੇ ਮੈਨੂੰ ਬੜੀ ਵੇਲੇ ਸਿਰ ਇੱਕ ਪਲੇਟਫਾਰਮ ਦਵਾਇਆ। ਮੈਨੂੰ ਅੱਜ ਵੀ ਯਾਦ ਹੈ, ਪੰਜਾਬੀ ਸਾਹਿਤ 'ਚ ਬਹੁਤ ਨਾਮਵਰ ਮੈਗਜ਼ੀਨ ਹੋਣ ਦਾ 4ਥਾ ਅੰਕ ਸੀਗਾ ਜਦੋਂ ਪਹਿਲੀ ਵਾਰ ਮੇਰੀ ਉਹਦੇ 'ਚ ਕਹਾਣੀ ਛਪੀ ਸੀਗੀ। ਅਨੇਕਾਂ ਮੈਗਜ਼ੀਨ ਜਿਨ੍ਹਾਂ 'ਚ ਮੇਰੀਆਂ ਕਥਾ ਕਹਾਣੀਆਂ ਛਪੀਆਂ, ਬਹੁਤ ਸਾਰੇ ਮਿੱਤਰਾਂ ਨੇ ਪਿਆਰ ਦਿੱਤਾ, ਖਾਸ ਕਰਕੇ ਸਾਡੇ ਵੱਡੇ ਸਾਹਿਤਕਾਰਾਂ ਨੇ। ਮੈਨੂੰ ਅੱਜ ਵੀ ਯਾਦ ਹੈ ਕਿ ਹੁਣ ਦੇ ਉਸ ਅੰਕ 'ਚ ਛਪੀ ਪਹਿਲੀ ਕਹਾਣੀ 'ਚ ਭਾਜੀ ਸੁਖਜੀਤ ਹੋਰਾਂ ਦਾ ਫੋਨ ਆਇਆ ਸੀਗਾ, ਹੱਲਾਸ਼ੇਰੀ ਦਿੱਤੀ ਸੀਗੀ ਕਿ ਕਹਾਣੀ ਦਾ ਪੇੜ ਬਹੁਤ ਖੁੱਲ੍ਹਾ, ਕਾਹਲੀ ਨਹੀਂ ਕਰਨੀ, ਆਰਾਮ ਤਲਬੀ ਦੇ ਨਾਲ ਕਹਾਣੀ ਦੇ ਖੇਤਰ 'ਚ ਨਿੱਗਰ ਪੈੜ ਚਾਲ ਦੇ ਨਾਲ ਆਉਣਾ। ਹਮੇਸ਼ਾ ਕੋਸ਼ਿਸ਼ ਕੀਤੀ ਹੈ ਨਿੱਗਰ ਪੈੜ ਚਾਲ ਦੀ। ਮੈਂ ਕਹਾਣੀ ਜਦੋਂ ਵੀ ਲਿਖਣ ਬੈਠਦਾ, ਮੈਂ ਉਹਨਾਂ ਪਾਤਰਾਂ ਨੂੰ ਜਦੋਂ ਘੜਨ ਦੀ ਕੋਸ਼ਿਸ਼ ਕਰਦਾ, ਪਹਿਲਾਂ ਉਹਨਾਂ ਦੇ ਵਿੱਚ ਵਿਚਰਦਾ। ਮਿਸਾਲ ਦੇ ਤੌਰ ਦੇ ਉੱਤੇ ਮੇਰੀ ਕਹਾਣੀ ਪਰਿਕਰਮਾ, ਜਿਹਦੇ 'ਚ ਬਹੁਤ ਛੋਟਾ ਜਿਹਾ ਲੜਕਾ 12-13 ਸਾਲਾਂ ਦਾ, ਬਾਪ ਰੇਹੜੀ ਲਾਉਂਦਾ, ਬੇਵਕਤੀ ਮੌਤ ਹੋ ਜਾਂਦੀ ਹੈ
ਮਾਂ ਕੋਲ ਕੰਮਕਾਰ ਨਹੀਂ ਚੱਲਦਾ, ਬੱਚੇ ਨੂੰ ਬੈਂਡ ਬਾਜੇ ਵਾਲਿਆਂ ਦੇ ਨਾਲ ਛੁਣਛਣੇ ਵਜਾਉਣ ਦਾ ਕੰਮ ਜਿਹੜਾ ਉਹ ਉਹਦੇ 'ਤੇ ਰਖਾਇਆ ਜਾਂਦਾ ਹੈ। ਛੁਣਛਣੇ ਮੈਂ ਕਦੀ ਵਜਾਏ ਨਹੀਂ, ਨਾ ਕਦੀ ਮੇਰੇ ਪਰਿਵਾਰ 'ਚ ਕਦੀ ਇਹੋ ਜਿਹੀ ਕਿਸੇ ਕੰਮਕਾਰ ਨਾਲ ਕੋਈ ਜੁੜਿਆ। ਮੈਂ ਆਪਣੇ ਪਾਤਰ ਨੂੰ ਸਹਿਜ ਰਹਿਣ ਲਈ, ਤੁਸੀਂ ਯਕੀਨ ਮੰਨਿਓ, ਸਾਡੇ ਅੰਮ੍ਰਿਤਸਰ ਦੀ 100 ਫੁੱਟੀ ਸੜਕ 'ਤੇ ਕਈ ਮੈਰਿਜ ਪੈਲਸ ਨੇ। ਮੇਰੇ ਕਿਸੇ ਆਪਣੇ ਦਾ ਵਿਆਹ ਨਹੀਂ ਸੀ ਹੁੰਦਾ, ਮੈਂ ਤਾਂ ਵੀ 2-2 ਕਿਲੋਮੀਟਰ ਉਸ ਬਰਾਤ ਦੇ ਨਾਲ ਤੁਰ ਕੇ ਉਹਨਾਂ ਬੈਂਡ ਬਾਜੇ ਵਾਲਿਆਂ ਦੀ ਜਿਹੜੀ ਬੋਡੀ ਲੈਂਗੁਏਜ ਹੈ, ਉਹਨਾਂ ਦੀ ਸਰੀਰਕ ਭਾਸ਼ਾ ਜਿਹੜੀ ਹੈ, ਕਿ ਉਹ ਜਦੋਂ ਆਪਣਾ ਘਰੋਂ ਤੁਰੇ ਸੀ, ਉਹਨਾਂ ਦੇ ਘਰਾਂ 'ਚ ਬੇਸ਼ੁਮਾਰ ਜਿਹੜੀਆਂ ਆਮ ਘਰਾਂ ਵਾਂਗ ਸਮੱਸਿਆਵਾਂ ਨੇ ਉਹ ਜੂਝਦੇ ਹੋਏ ਬਾਹਰ ਨਿਕਲੇ ਨੇ। ਜਿਹੜਾ ਵਿਆਹ ਹੈ, ਵਿਆਹ ਦੇ ਵਿੱਚ ਉਹ ਕਿਸ ਤਰ੍ਹਾਂ ਉਹਨਾਂ ਖੁਸ਼ੀਆਂ ਸ਼ਾਮਲ ਹੋ ਰਹੇ ਨੇ। ਅਮੋੜ ਧੀਆਂ ਪੁੱਤ ਵਾਂਗ ਕਈ ਵਾਰ ਮੇਰੇ ਪਾਤਰ ਮੇਰੇ ਕਹਿਣੇ ਤੋਂ ਬਾਹਰ ਹੋ ਜਾਂਦੇ ਆ, ਫਿਰ ਮੈਂ ਉਹਨਾਂ ਨੂੰ ਕੋਈ ਬਹੁਤਾ ਤੱਦੀ ਨਹੀਂ ਦਿੰਦਾ, ਉਹਨਾਂ ਨੂੰ ਕਰਨ ਦਿੰਦਾ ਜਿਵੇਂ ਉਹ ਕਰਦੇ ਆ। ਫਿਰ ਉਹਨਾਂ ਦੇ ਪਿੱਛੇ ਘਟਨਾਵਾਂ ਖਿੰਡਰੀਆਂ ਨੂੰ ਮੈਂ ਇਕੱਠੀਆਂ ਕਰਦਾ। ਇਹਨਾਂ ਸਾਰੀਆਂ ਕਹਾਣੀਆਂ ਜਿੰਨੀਆਂ ਕੁ ਮੈਂ ਲਿਖੀਆਂ, ਪਹਿਲੀ ਕਿਤਾਬ 2013 ਦੇ ਵਿੱਚ ਧੁੱਪ ਛਾਂ ਤੇ ਰੁੱਖ ਲੋਕਧਾਰਾ ਪ੍ਰਕਾਸ਼ਨ ਨੇ ਮੇਰੀ ਛਾਪੀ ਸੀਗੀ। ਉਹਦੇ ਤੋਂ ਬਾਅਦ 2022 'ਚ ਮੇਰੀ ਦੂਸਰੀ ਪੁਸਤਕ ਤਰਕਾਲ ਸੰਧਿਆ ਆਈ ਹੈ। ਬੇਸ਼ੱਕ ਇਹ ਅੰਤਰਾਲ ਲੰਬਾ, ਪਰ ਮੈਨੂੰ ਕੋਈ ਕਾਹਲੀ ਨਹੀਂ ਹੁੰਦੀ। ਕਿਤਾਬਾਂ ਦੀ ਬਹੁਤ ਗਿਣਤੀ ਕਈ ਵਾਰੀ ਬੰਦੇ ਦੀ ਪਛਾਣ ਨਹੀਂ ਬਣਾਉਂਦੀ। ਕੋਈ 2-4 ਹੀ ਕੋਈ ਰਚਨਾਵਾਂ ਜਿਹੜੀਆਂ ਨੇ ਤੁਹਾਡੀਆਂ ਯਾਦਗਾਰੀ ਬਣ ਜਾਂਦੀਆਂ ਨੇ। ਸੋ ਮੈਂ ਇਸ ਸਾਰੇ ਪ੍ਰਸੰਗ ਦੇ ਵਿੱਚ ਜਦੋਂ ਆਪਣੀਆਂ ਕਹਾਣੀਆਂ ਦੇ ਉੱਤੇ ਗੱਲ ਕਈ ਵਾਰ ਸੋਚਦਾ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਸਾਡੀਆਂ ਦਾਦੀ ਮਾਂ ਨੇ, ਸਾਡੇ ਦਾਦੇ ਨੇ, ਪਰੀ ਦੇਸ਼ ਦੀਆਂ ਕਹਾਣੀਆਂ, ਰਾਜੇ ਰਾਣੀਆਂ ਦੀਆਂ ਕਹਾਣੀਆਂ, ਹੋਰ ਇਹੋ ਜਿਹੀਆਂ ਗੱਲਾਂ ਸਾਨੂੰ ਬਚਪਨ 'ਚ ਸੁਣਾਈਆਂ। ਅਤੇ ਖਾਸ ਕਰਕੇ ਜਿਨ੍ਹਾਂ ਵੇਲਿਆਂ 'ਚ 1965 ਦੇ ਲਾਗੇ ਦਾ ਮੇਰਾ ਜਨਮ ਹੈ, ਉਦੋਂ ਬੱਚਿਆਂ ਨੂੰ ਜਿਹੜੇ ਦਾਦੀ ਬਾਬਾ ਜਾਂ ਹੋਰ ਵੱਡੇ ਕਹਾਣੀਆਂ ਸੁਣਾਉਂਦੇ ਸੀਗੇ, ਉਹਦੇ 'ਚ ਭਾਰਤ ਪਾਕਿਸਤਾਨ ਦੀ ਵੱਢ ਟੁੱਕ ਦੀਆਂ ਬੇਸ਼ੁਮਾਰ ਕਥਾਵਾਂ ਸਨ। ਉਹਨਾਂ ਕਥਾਵਾਂ 'ਚ ਮੇਰੀ ਵੀ ਆਪਣੀ ਕਹਾਣੀ ਰੁੱਤ ਫੇਰੀ ਬਣ ਕੰਬਿਆ ਜਾਂ ਵੇਲਾ ਕੁਵੇਲਾ ਵਰਗੇ ਜਿਹੜੇ ਪਾਤਰ ਹੈ, ਮੈਨੂੰ ਐਂ ਲੱਗਦਾ ਹੈ ਕਿ ਉਹਨਾਂ ਵੱਡੇ ਲੋਕਾਂ ਦੀਆਂ ਸੁਣਾਈਆਂ, ਉਹ ਜਿਹੜੀਆਂ ਦਿਲ ਵਿਲੁੰਦਰ ਦੀਆਂ ਗੱਲਾਂ ਇਸ ਪੰਜਾਬ ਦੇ ਵਿੱਚ ਇਸ ਧਰਤੀ ਦੇ ਉੱਤੇ ਵਾਪਰੀਆਂ, ਉਹਦੇ 'ਚੋਂ ਵੀ ਕਈ ਕਥਾ ਕਹਾਣੀਆਂ ਜਿੱਥੇ ਪੈਦਾ ਹੋਈਆਂ, ਲੋਕਾਂ ਦੇ ਧਿਆਨ 'ਚ ਆਈਆਂ, ਉੱਥੇ ਮੇਰੀਆਂ ਇਹਨਾਂ ਦੋਹਾਂ ਕਹਾਣੀਆਂ ਦੇ ਵਿੱਚ ਵੀ ਉਸ ਵੇਲੇ ਦੀਆਂ ਕਥਾ ਕਹਾਣੀਆਂ ਨੇ। ਮੈਂ ਕਹਾਣੀ ਦਾ ਅੰਤ ਕਦੇ ਵੀ ਨਿਰਾਸ਼ਾਜਨਕ ਨਹੀਂ ਕਰਦਾ। ਹਰ ਕਹਾਣੀ ਦਾ ਅੰਤ ਚੜ੍ਹਦੀ ਸਵੇਰ ਵਰਗਾ ਕਰਨ ਦੀ ਕੋਸ਼ਿਸ਼ ਕਰਦਾ। ਜਦੋਂ ਸੂਰਜ ਦੀ ਪਹਿਲੀ ਕਿਰਨ ਜਿਹੜੀ ਹੈ ਜਾਂ ਰੋਸ਼ਨਦਾਨ ਥਾਣੀ ਅੰਦਰ ਹੋ ਰਹੀ ਹੈ, ਵਿਰਲਾਂ ਵਾਲੇ ਦਰਵਾਜ਼ੇ ਦੀਆਂ ਚੀਥਾਂ ਥਾਣੀ ਕਮਰੇ ਦੇ ਅੰਦਰ ਜੇ ਚਾਨਣ ਆ ਰਿਹਾ, ਤੇ ਮੈਨੂੰ ਲੱਗਦਾ ਹੈ ਕਿ ਕਹਾਣੀ ਦਾ ਅੰਤ ਜਿਹੜਾ ਹੈ ਉਹ ਇਸ ਕਿਸਮ ਨਾਲ ਹੋਣਾ ਚਾਹੀਦਾ। ਕਹਾਣੀ ਦਾ ਸਟਾਰਟ ਕਦੀ ਵੀ ਮੇਰੇ ਕੋਲ ਢਿੱਲਾ ਨਹੀਂ ਹੁੰਦਾ। ਉਹ ਕਿਸੇ ਗੁਰਬਾਣੀ ਦੀ ਤੁਕ ਨਾਲ ਹੋ ਸਕਦਾ ਹੈ, ਉਹ ਕਿਸੇ ਲੋਕ ਗੀਤ ਦੀ ਧੁਨ ਨਾਲ ਹੋ ਸਕਦਾ ਹੈ। ਇਸ ਤਰੀਕੇ ਦੇ ਨਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਪਾਤਰ ਇਹਦੇ 'ਚੋਂ ਸਿਰਜਣ, ਉਹ ਕਿੰਨੇ ਵੀ ਭਾਵਕ ਤੌਰ ਦੇ ਉੱਤੇ ਗੱਲਾਂ ਕਰਨ। ਖਾਸ ਤੌਰ ਦੇ ਉੱਤੇ ਮੇਰੀਆਂ ਆਦਤਾਂ ਜ਼ਿੰਦਗੀ ਦੀਆਂ ਬਣੀਆਂ ਨੇ। ਅੱਜ ਵੀ ਮੇਰਾ ਕੋਈ ਨਹੀਂ ਮਰਿਆ ਹੁੰਦਾ। ਮੈਂ ਸ਼ਹੀਦਾਂ ਵਾਲੇ ਮਸਾਣਾਂ 'ਚ ਜਾਂਦਾ, ਮੈਂ ਲੱਟ ਮੱਚਦੀਆਂ ਜਿਹੜੀਆਂ ਚਿਖਾਵਾਂ ਉਹਨਾਂ ਨੂੰ ਵੇਖਦਾ। ਬਹੁਤ ਸਾਰੇ ਥੜਿਆਂ ਤੋਂ ਉੱਠਦਾ ਧੂੰਆਂ ਵਿੰਗੇ ਟੇਢੇ ਰਾਹ ਬਣਾ ਕੇ ਦੂਰ ਅਸਮਾਨ 'ਚ ਇੱਕਮਿਕ ਹੋ ਰਿਹਾ ਹੁੰਦਾ। ਮੈਨੂੰ ਲੱਗਦਾ ਕਿ ਇਹਦੇ 'ਚ ਊਚ ਨੀਚ, ਵੱਡੇ ਛੋਟੇ, ਅਮੀਰ ਗਰੀਬ, ਬੁੱਢੇ ਜਵਾਨ ਸਭ ਧੂਏ ਦੇ ਬੱਦਲਾਂ ਵਾਂਗ ਜਿਹੜੇ ਆ ਉਸ ਖਲਾਅ 'ਚ ਜਾ ਕੇ ਸਮਾ ਰਹੇ ਆ। ਮੈਂ ਉਹਨਾਂ ਥੜਿਆਂ ਦੁਆਲੇ ਬੈਠੀਆਂ ਚਿੱਟੀ ਚੁੰਨੀ ਲੈ ਕੇ ਵਿਰੜੇ ਕਰਦੀਆਂ ਉਹਨਾਂ ਔਰਤਾਂ ਨੂੰ ਵੇਖਦਾ ਜਿਨ੍ਹਾਂ ਦਾ ਕੋਈ ਤੁਰ ਗਿਆ ਹੁੰਦਾ। ਮੈਨੂੰ ਲੱਗਦਾ ਕਿ ਚਾਹੇ ਵੇਲੇ ਕਵੇਲੇ ਵਾਲਾ ਬਾਪੂ ਹੋਵੇ, ਚਾਹੇ ਰੁੱਤ ਫਿਰੀ ਵਣ ਕੰਬਿਆ ਵਾਲਾ ਪਾਪਾ ਹੋਵੇ, ਚਾਹੇ ਪ੍ਰਕਰਮਾਂ ਵਾਲਾ ਜਿਹੜਾ ਉਹ ਮੇਰਾ ਪਾਤਰ ਹੋਵੇ, ਮੈਨੂੰ ਉਹ ਚਿਖਾਵਾਂ ਉਂਝ ਵਰਗੀਆਂ ਹੀ ਲੱਗਦੀਆਂ ਨੇ। ਗੰਢਾਂ ਵਾਲੇ ਉਸ ਫੌਜੀ ਰਤਨ ਸਿੰਘ ਵਾਂਗ ਹੀ ਲੱਗਦੀਆਂ ਨੇ, ਜਿਹੜੇ ਇਸ ਤੇ ਊਚ ਨੀਚ ਦੇ ਯੁੱਗ ਦੇ ਵਿੱਚ 21ਵੀਂ ਸਦੀ 'ਚ ਆਣ ਕੇ ਵੀ ਉਹਨਾਂ ਤਰਾਸਤੀਆਂ ਨੂੰ ਭੋਗਦੇ ਨੇ ਜਿਹੜੀਆਂ ਸਦੀਆਂ ਤੋਂ ਗੰਢਾਂ ਜਿਹੜੀਆਂ ਨੇ ਸਾਡੇ ਸਮਾਜ 'ਚ ਵੱਜੀਆਂ ਨੇ। ਇੱਕ ਵਾਰ ਫਿਰ ਤੋਂ ਮੈਂ ਧੰਨਵਾਦ ਕਰਦੇ ਹਾਂ ਵਿਰਾਸਤ ਟੀਵੀ ਦਾ, ਸਮੁੱਚੇ ਜੁੜੇ ਹੋਏ ਇਹਨਾਂ ਦੇ ਦਰਸ਼ਕ ਵਰਗ ਦਾ, ਤੇ ਇਸ ਕਹਾਣੀਆਂ ਨੂੰ ਪਿਆਰ ਕਰਨ ਦਾ ਇੱਕ ਤਵੱਕੋ ਕਰਾਂਗੇ ਕਿ ਇਹ ਇਸੇ ਤਰ੍ਹਾਂ ਚੈਨਲ ਜਿੱਥੇ ਦਿਨ ਦੁੱਗਣੀ ਰਾਤ ਚੌਗਣੀ ਟੀਵੀ ਤਰੱਕੀ ਕਰੇਗਾ, ਪੰਜਾਬੀ ਸਾਹਿਤ ਦੇ ਵਿੱਚ ਆਪਣਾ ਨਿੱਘਰ ਯੋਗਦਾਨ ਜਿਹੜਾ ਇਵੇਂ ਹੀ ਪਾਉਂਦਾ ਰਹੇਗਾ। ਸ਼ਾਇਰ ਪਾਲ ਸਿੰਘ ਵੱਲਾ ਦੀ ਰੁਬਾਈ ਦੀਆਂ 2 ਲਾਈਨਾਂ ਦੇ ਨਾਲ ਕਿ ਜਿੰਦਾ ਦਿਲੀ ਮੁਸੀਬਤਾਂ ਸਹਿ ਜਾਂਦੀ ਹੈ, ਸੱਚਾਈ ਧੁਰ ਅੰਦਰ ਤੀਕ ਲੈ ਜਾਂਦੀ ਹੈ, ਬਹੁਤ ਬੋਲਣਾ ਬਹੁਤਾ ਅਸਰਦਾਰ ਨਹੀਂ ਹੁੰਦਾ, ਚੁੱਪ ਦੀ ਜ਼ੁਬਾਨ ਬਹੁਤ ਕੁਝ ਕਹਿ ਜਾਂਦੀ ਹੈ। ਤੁਹਾਡੀ ਮਿਹਰਬਾਨੀ, ਬਹੁਤ ਸ਼ੁਕਰੀਆ।